गंग समाई वाहिगुरु जी का खालसा वाहिगुरु जी की फतेह। परम सन्मान योग सत्कार योग गुरु सवारी गुरु प्यारी गुरु का खास रूप खालसा साधु संगत जीओ। सतगुरां दी अत्यंत बख्शिश दे सदका सरबत माई भाई गुर सिख संगतां सतगुरां दे पावन पवित्र अस्थान ते सतगुरु ग्रंथ ਸਾਹਿਬ महाराज सच्चे पातशाह जी दी मुबारक गोद अंदर जुड़ मिल बैठ कर ਸਾਹਿਬਾਂ ਦੇ गुण गायन करते हुए ਸਾਹਿਬਾਂ ਦੇ गुण श्रवण करते हुए गरीब नवाज दातार प्रभु जी नूं सिजदा करते आ रहे नमस्कारां करते हुए आ रहे हैं। साडा आया होया सफला हो सके गुरु नाल साडा मिलाप हो सके। गरीब नवाज दातार प्रभु जी सानू वो मार्ग दर्शाउंदे ने गुरबाणी दे अंदर इतिहास दे अंदर ਜਿਹੜੇ ਗੁਰੂ ਕੇ ਸਿੱਖ ਸਤਿਗੁਰਾਂ ਦੀ ਮੱਤ ਲੈ ਕੇ ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ ਨੇ ਸਤਿਗੁਰਾਂ ਦਾ ਸੰਗ ਮਾਣਿਆ ਹੈ ਉਹਨਾਂ ਗੁਰੂ ਕੇ ਸਿੱਖਾਂ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਿਖਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਬਣਾਉਣ ਵਿੱਚ ਪੂਰਨ ਸੰਜੋਗ ਪਾਉਣ ਹਾਰੇ और साहिब भाई गुरदास साहब जिवें जिवें गुरु साहिबानां दी हाजूरी अंदर रह के उन्हां तो जुगती सिੱਖੀ उन्हां दे बचनां नूं हिरदे च वसाया गुरमत नूं ध्याया गुरु जोत नूं अपने अंदर जगमगाया ते जदों अंदर जगमगा गया फिर दुनिया नूं रोशन करन लगे दुनिया नूं रोशनी देन लगे। जिहड़ी संसार दे जीवां नूं रोशनी दित्ती साहिब भाई गुरदास जी ने ये गल नूं जाणिया कि सीने पसीने जिहड़ा उपदेश होवेगा ना इहनूं लोक विसारन लग जाणगे भुल्लण लग जाणगे। फिर भाई साहब ने उन्हां गुरमत दे बचनां नूं कलमबंद कर दिता उन्हां बचनां दा नाम धरिया भाई साहब दी अपनी किरत जिहड़ी आ भाई गुरदास साहब दीयां वारां। उन्हां दे अंदर गुरु दी मत गुरु दा सिद्धांत डुल डुल पैंदा है। सतगुरु सच्चे पातशाह महाराज ने की बचनों बिलास कीते ने भाई गुरदास साहब दीयां वारां दी चल रही लड़ीवर विचार द्वारा भाई गुरदास साहब कहंदे आ शिवरात्रि दे मेले ते आए उथे मेले वालियां नूं जोड़न आए टुटियां नूं जोड़न आए। अचल बटाले दी धरती ते गुरु नानक निरंकारी महाराज सिद्धां ने अपनियां करामातां दिखाइयां कदे लोटा लका कदे मृगानी ते और बैठ के पानी ते तरे किसी ने अग मूँह विचों कढ़ी और कोई जिवें पंछी पर ला के आसमान विच उड़दा है ना सिद्ध उडारियां मारन भंगर नाथ इन्हां शक्तियां दा मालक उन्हें उडारी मारी ते आसमान दे विचों तारे जिहड़े तोड़ तोड़ के थल्ले सिੱਟਣ लग पिया। बड़ा करामाती बड़ी सिद्धता हासिल की। गुरु नानक निरंकारी महाराज ने कहा सिद्धो तुहाडे कोल करामातां ने तुहाडे कोल ताकत है पर तुसी इस ताकत दा जिहड़ी वरतों है ना इस्तेमाल गलत करदे हो।
ਤੁਸੀਂ ਇਹ ਸ਼ਕਤੀਆਂ ਦਿਖਾ ਕੇ, ਕਰਾਮਾਤਾਂ ਦਿਖਾ ਕੇ ਲੋਕਾਈ ਨੂੰ ਡਰਾਉਣਾ ਚਾਹੁੰਦੇ ਹੋ। ਅਕਾਲ ਦਾ ਇਹ ਹੁਕਮ ਹੈ ਕਿ ਇਹਦੇ ਨਾਲ ਸੁਚੱਜਾ ਕੰਮ ਕਰੋ, ਲੋਕਾਈ ਦਾ ਭਲਾ ਕਰੋ, ਲੋਕਾਈ ਦਾ ਅਗਿਆਨ ਮਿਟੋ। ਗੁਰੂ ਨਾਨਕ ਨਿਰੰਕਾਰੀ ਮਹਾਰਾਜ ਦੇ ਸ਼ਬਦ ਨੇ ਸਿੱਧਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਲਈ ਏ। ਉਹਨਾਂ ਬਚਨਾਂ ਨੂੰ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ, ਔਰ ਕਹਿੰਦੇ ਬਾਬੇ ਕੀਤੀ ਸਿੱਧ ਗੋਸਟ। ਧੰਨ ਗੁਰੂ ਨਾਨਕ ਨਿਰੰਕਾਰੀ ਮਹਾਰਾਜ ਜੀ ਨੇ ਅਚਲ ਬਟਾਲੇ ਦੇ ਵਿੱਚ ਸਿੱਧਾਂ ਦੇ ਨਾਲ ਗੋਸ਼ਟੀ ਕਰਨਾ ਕੀਤੀ, ਵਿਚਾਰ ਚਰਚਾ ਕੀਤੀ ਨੇ, ਬੜੇ ਬੜੇ ਉਹਨਾਂ ਨੇ ਸਵਾਲ ਕੀਤੇ। ਗੁਰੂ ਨਾਨਕ ਦੇਵ ਮਹਾਰਾਜ ਨੇ ਉੱਤਰ ਦਿੱਤੇ। ਜਦ ਗੁਰੂ ਨਾਨਕ ਸਾਹਿਬ ਮਹਾਰਾਜ ਸਵਾਲ ਕਰਦੇ ਨੇ, ਸਿੱਧਾਂ ਨੂੰ ਉੱਤਰ ਕੋਈ ਨਹੀਂ ਆਂਦਾ, ਸਿੱਧਾਂ ਨੂੰ ਪਤਾ ਕੋਈ ਨਹੀਂ ਲੱਗਦਾ। ਕਹਿੰਦੇ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਜਿਹੜਾ ਮਹਾਰਾਜ ਨੇ ਸ਼ਬਦ ਬਖਸ਼ਿਆ ਨਾ, ਸ਼ਬਦ ਦੇ ਇੱਥੇ ਅਰਥ ਨੇ ਉਪਦੇਸ਼। ਗੁਰੂ ਨਾਨਕ ਉਪਦੇਸ਼ ਕਰਤ ਹੈ, ਜੋ ਸੁਣੈ ਸੋ ਪਾਰ ਪਰਾਨਥ। ਜਿਹੜਾ ਵੀ ਸੁਣ ਲਏਗਾ ਉਹਦਾ ਪਾਰ ਉਤਾਰਾ ਹੋ ਜਾਵੇਗਾ, ਪਾਰ ਹੋ ਜਾਏਗਾ। ਸਿੱਧਾਂ ਨੇ ਜਿਵੇਂ ਜਿਵੇਂ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼ ਸੁਣਿਆ, ਜਿਹੜਾ ਅੰਦਰ ਤਪਦਾ ਪਿਆ ਸੀ, ਮੱਚਦਾ ਪਿਆ ਸੀ, ਸੜਦਾ ਪਿਆ ਸੀ, ਬੇਚੈਨੀ ਵਧੀ ਸੀ ਨਾ, ਉਹ ਸਿੱਧਾਂ ਦੇ ਮਨ ਵਿੱਚ ਸ਼ਾਂਤੀ ਆਉਣ ਲੱਗ ਪਈ, ਟਿਕਾਓ ਆਉਣ ਲੱਗ ਪਿਆ ਹਿਰਦੇ ਦੇ ਵਿੱਚ। ਜਿਨ ਮੇਲਾ ਸ਼ਿਵਰਾਤ ਦਾ, ਇਸ ਤਰ੍ਹਾਂ ਧੰਨ ਗੁਰੂ ਨਾਨਕ ਨਿਰੰਕਾਰੀ ਮਹਾਰਾਜ ਨੇ ਅਚਲ ਬਟਾਲੇ ਵਿੱਚ ਸ਼ਿਵਰਾਤ ਦਾ ਮੇਲਾ ਜਿਹੜਾ ਲੱਗਦਾ ਸੀ ਨਾ ਮੁੱਦਤਾਂ ਤੋਂ, ਉੱਥੇ ਜਿੱਤ ਪ੍ਰਾਪਤ ਕਰ ਲਈ। ਉੱਥੋਂ ਦੇ ਲੋਕਾਂ ਦੇ ਮਨਾਂ ਨੂੰ ਜਿੱਤ ਲਿਆ, ਲੋਕਾਂ ਨੂੰ ਸ਼ਬਦ ਨਾਲ ਜੋੜ ਦਿੱਤਾ, ਸਿੱਧਾਂ ਨੂੰ ਸ਼ਾਂਤੀ ਬਖਸ਼ੀ, ਦੁਨੀਆ ਨੂੰ ਦਾਤਾਂ ਬਖਸ਼ੀਆਂ, ਔਰ ਉਹ ਮੇਲੇ ਨੂੰ ਜਿੱਤ ਲੈਣਾ ਕੀਤਾ। ਸਾਰੇ ਦੇ ਸਾਰੇ ਨੂੰ ਖਟ ਦਰਸ਼ਨ ਆਦੇਸ਼ ਕਰਾਈ। ਜਿਹੜੇ 6 ਪ੍ਰਕਾਰ ਦੇ ਲੋਕ ਆਏ ਸਨ, ਔਰ 6 ਦਰਸ਼ਨੀਏ ਆਏ ਸਨ, ਜੋਗੀ ਭੇਖਾਂ ਵਾਲੇ 6 ਭੇਖਾਂ ਵਾਲੇ ਲੋਕ ਆਏ ਸਨ। ਔਰ ਉਹਨਾਂ ਸਾਰਿਆਂ ਨੇ ਗੁਰੂ ਨਾਨਕ ਨਿਰੰਕਾਰੀ ਮਹਾਰਾਜ ਜੀ ਨੂੰ ਆਦੇਸ਼, ਬਾਬਾ ਆਦੇਸ਼ ਕਰਦੇ ਨੇ ਆ ਕੇ। ਆਦੇਸ਼ ਦਾ ਮਤਲਬ ਹੁੰਦਾ ਹੈ ਨਮਸਕਾਰ, ਨਮਸਕਾਰ ਹੋਵੇ। ਔਰ ਜਪਜੀ ਸਾਹਿਬ ਅੰਦਰ ਵੀ ਇਹ ਬਚਨਾਂ ਦੇ ਆਦੇਸ਼, ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਮਹਾਰਾਜ ਜੀ ਨੂੰ ਉਹ ਵੀ ਸਿੱਧਾਂ ਨਾਲ ਬਚਨ ਹੋਏ ਨੇ, ਤੇ ਮਹਾਰਾਜ ਜੀ ਨੂੰ ਆ ਕੇ ਸਿੱਧ ਕਹਿੰਦੇ ਸਨ ਆਦੇਸ਼, ਬਈ ਨਮਸਕਾਰ। ਮਹਾਰਾਜ ਕਹਿੰਦੇ ਸਨ ਤਿਸੈ ਆਦੇਸ਼, ਉਹਨੂੰ ਨਮਸਕਾਰ ਹੈ ਜਿਹਦਾ ਆਦ ਅੰਤ ਨਹੀਂ ਕਿਸੇ ਨੇ ਪਾਇਆ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੈ। ਸਾਰੇ ਸਿੱਧਾਂ ਨੇ, ਇਹ 6 ਭੇਖਾਂ ਨੇ ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਹੈ, ਤੇ 6 ਦੇ 6 ਭੇਖ ਤੇ ਸਿੱਧ ਬੋਲਣ ਲੱਗ ਪਏ। ਸਿੱਧ ਬੋਲਣ ਸ਼ੁਭ ਬਚਨ। ਜਿਹੜੇ ਅੱਗੇ ਈਰਖਾਲੂ ਭੜਕਦੀਆਂ ਹੋਈਆਂ ਆਤਮਾਵਾਂ ਬੋਲਦੀਆਂ ਸੀ ਨਾ ਭੜਕਾਵੇਂ, ਹੁਣ ਉਹ ਸ਼ੁਭ ਸ੍ਰੇਸ਼ਟ ਚੰਗੇ ਬਚਨ ਬੋਲਣ ਲੱਗੇ। ਬੜੇ ਅਦਬ ਸਤਿਕਾਰ ਨਾਲ ਗੁਰੂ ਨਾਨਕ ਨਿਰੰਕਾਰੀ ਮਹਾਰਾਜ ਜੀ ਨੂੰ ਕਹਿਣ ਲੱਗੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਦੇਵ ਮਹਾਰਾਜ ਆਪ ਧੰਨ ਹੋ, ਧੰਨ ਹੋ, ਤੁਹਾਡੀ ਵੱਡੀ ਕਮਾਈ ਹੈ, ਤੁਹਾਡੀ ਵੱਡੀ ਘਾਲਣਾ ਆ। ਜੋ ਗੱਲਾਂ ਦਾ ਸਾਨੂੰ ਸਿੱਧੀਆਂ ਕਰਾਮਾਤਾਂ ਪਾ ਕੇ ਵੀ ਪਤਾ ਨਹੀਂ ਨਾ ਲੱਗਿਆ, ਔਰ ਉਹ ਤੁਹਾਡੇ ਕੋਲ ਨੇ, ਉਹਨਾਂ ਦੇ ਨਾਲ ਸਾਨੂੰ ਸ਼ਾਂਤੀ ਤੁਹਾਡੇ ਕੋਲੋਂ ਮਿਲੀ ਆ। ਨਹੀਂ ਤੇ ਸੰਸਾਰ ਦੇ ਵਿੱਚ ਭਾਵੇਂ ਅਸੀਂ ਸਿੱਧ ਸਾਂ, ਕਰਾਮਾਤਾਂ ਸੀ, ਪਰ ਅਸੀਂ ਤਪਦੇ ਸੜਦੇ ਫਿਰਦੇ ਸਾਂ ਕ੍ਰੋਧ ਵਿਰੋਧ ਦੇ ਨਾਲ। ਤੁਹਾਡੀ ਵੱਡੀ ਘਾਲਣਾ ਆ, ਵੱਡਾ ਪੁਰਖ ਪ੍ਰਗਟਿਆ। ਪੁਰਖ ਹੁੰਦਾ ਸਰਬ ਵਿਆਪਕ, ਸਾਰਿਆਂ ਦੀ ਰਕਸ਼ਾ ਕਰਨ ਵਾਲਾ, ਸਾਰਿਆਂ ਨੂੰ ਦੁੱਖਾਂ ਦਰਦਾਂ ਨਰਕਾਂ ਕਲੇਸ਼ਾਂ ਤੋਂ ਬਚਾਉਣ ਵਾਲਾ। ਉਹ ਜਿਹੜਾ ਹੈ ਪ੍ਰਗਟਿਆ, ਪ੍ਰਗਟ ਹੋ ਗਿਆ। ਸਤਿਗੁਰ ਨਾਨਕ ਪ੍ਰਗਟਿਆ, ਵੱਡਾ ਪੁਰਖ ਪ੍ਰਗਟਿਆ। ਮਹਾਰਾਜ ਕਹਿੰਦੇ ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ, ਵੱਡਾ ਪੁਰਖ ਪ੍ਰਗਟਿਆ। ਉਹ ਪ੍ਰਗਟ ਹੋ ਗਿਆ, ਔਰ ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ। ਤੁਸੀਂ ਵੱਡੇ ਪੁਰਖ ਹੋ ਕੇ ਪ੍ਰਗਟ ਹੋਏ ਹੋ। ਕਲ ਯੁਗ ਅੰਦਰ ਜੋਤ ਜਗਾਈ,
ਜਿਹੜਾ ਵੱਡਾ ਪੁਰਖ ਪ੍ਰਗਟ ਹੋਇਆ ਨਾ, ਇਹ ਕਲਯੁਗ ਦੇ ਸਮੇਂ ਭਿਆਨਕ ਵਿੱਚ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਜੋਤ ਸੀ ਨਾ, ਜਿਹੜੀ ਸਭ ਮੈਂ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਹੈ ਤਾਂ ਸਾਰਿਆਂ ਵਿੱਚ, ਫਿਰ ਜਗਮਗਾਈ ਨਹੀਂ, ਨਦਰ ਕਿਸੇ ਨੂੰ ਆਈ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਬੁਝੀਆਂ ਹੋਈਆਂ ਜੋਤਾਂ ਸਾਰਿਆਂ ਦੇ ਅੰਦਰ ਜਗਾਤੀਆਂ ਨੇ। ਸਿੱਧਾਂ ਦੇ ਵਿੱਚ ਵੀ, ਸੰਗਤਾਂ ਦੇ ਵਿੱਚ ਵੀ ਉਹ ਜੋਤ ਜਗਣ ਲੱਗ ਪਈਏ, ਤਾਂ ਗੁਰਬਾਣੀ ਕਹਿੰਦੀ ਹੈ ਉਹ ਜੋਤ ਨੂੰ ਜਾਣ ਸਮਝ। ਜਿਹੜੀ ਤੇਰੇ ਅੰਦਰ ਜੋਤ ਹੈ ਨਾ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ, ਤੂੰ ਜੋਤ ਨੂੰ ਵੇਖ ਜਾਤ ਨੂੰ ਨਾ ਦੇਖ। ਇਹ ਕਿਹੜੀ ਜਾਤ ਦਾ ਸਾਧੂ ਆ, ਇਹ ਦੇਖ ਬਈ ਕਿ ਜੋਤ ਕਿਹਦੇ ਅੰਦਰ ਤੇ ਕਿੱਥੇ ਪ੍ਰਗਟ ਹੋਈ ਆ। ਮਹਾਰਾਜ ਜੀ ਦੀ ਬਾਬਤ ਕਹਿੰਦੇ ਆ ਕਲਯੁਗ ਦਾ ਸਮਾਂ ਇਹਦੇ ਅੰਦਰ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆ ਕੇ ਜੋਤ ਜਗਾ ਦਿੱਤੀ, ਜਿਹਦੇ ਤੋਂ ਸਾਰਿਆਂ ਨੂੰ ਪ੍ਰਕਾਸ਼ ਮਿਲਦਾ ਹੈ। ਜਿਹੜੀ ਜੋਤ ਦੇ ਦੁਆਰਾ ਗੁਰੂ ਨਾਨਕ ਨਿਰੰਕਾਰੀ ਮਹਾਰਾਜ ਸਾਰਿਆਂ ਨੂੰ ਪ੍ਰਕਾਸ਼ਦੇ ਨੇ, ਸਾਰਿਆਂ ਦੇ ਹਿਰਦਿਆਂ ਨੂੰ। ਮਿਲਿਓ ਬਾਬਾ ਉੱਠਿਆ, ਹੁਣ ਸਾਰਿਆਂ ਨੂੰ ਚਾਨਣ ਮਨਾਰਾ ਬਖਸ਼ ਕੇ, ਸਾਰਿਆਂ ਨੂੰ ਸਕੂਨ ਬਖਸ਼ ਕੇ, ਸਾਰਿਆਂ ਦੀਆਂ ਨਮਸਕਾਰਾਂ ਕਬੂਲ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਹੁਣ ਅਚਲ ਬਟਾਲੇ ਤੋਂ ਉੱਠੇ, ਚਾਲਾ ਮਾਰਨ ਵਾਸਤੇ ਤਿਆਰ ਹੋ ਗਏ। ਹੁਣ ਚਾਲਾ ਮਾਰਨਾ ਹੈ, ਸਾਰਿਆਂ ਨੂੰ ਖੀਰਲੀ ਫਤਿਹ ਗੁਜਾਈ ਔਰ ਉੱਠੇ ਨੇ। ਮੁਲਤਾਨੇ ਦੀ ਜਾਰਤ ਜਾਈ, ਗੁਰੂ ਨਾਨਕ ਦੇਵ ਮਹਾਰਾਜ ਹੁਣ ਮੁਲਤਾਨ ਦੇ ਵਿੱਚ ਸੁਣਿਆ ਪੀਰ ਬੜੇ ਰਹਿੰਦੇ ਨੇ। ਉਹ ਪੀਰਾਂ ਵਿੱਚ ਵੀ ਹਉਮੈ ਹੰਕਾਰ ਹੈ, ਉਹ ਕਿਸੇ ਨੂੰ ਪੱਲੇ ਕੋਈ ਨਹੀਂ ਬੰਨ੍ਹਦੇ, ਕਿਸੇ ਫਕੀਰ ਨੂੰ ਪੱਲੇ ਨਹੀਂ ਬੰਨ੍ਹਦੇ, ਉਹਨਾਂ ਆਮ ਲੋਕਾਂ ਨੂੰ ਤਾਂ ਬੰਨ੍ਹਣਾ ਕੀ ਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਮੁਲਤਾਨ ਦੀ ਜਿਹੜੀ ਯਾਤਰਾ ਆਰੰਭ ਕਰ ਦਿੱਤੀ, ਕਿਉਂਕਿ ਮੁਲਤਾਨ ਦੇ ਵਿੱਚ ਪੀਰ ਬੜੇ ਸਨ। ਇਹ ਜਿਹੜੇ ਬਗਦਾਦ ਵਿੱਚ ਵੀ ਆਇਆ ਸੀ ਨਾ ਦਸਤਗੀਰ, ਇਹਦਾ ਵਾਸਤਵ ਜਿਹੜਾ ਹੈ ਉਹ ਮੁਲਤਾਨ ਦੇ ਵਿੱਚ ਹੀ ਸੀ। ਮੁਲਤਾਨ ਤੋਂ ਹੀ ਇੱਥੇ ਆਇਆ ਹੋਇਆ ਇਹ ਫਕੀਰ ਸੀਗਾ। ਕਹਿੰਦੇ ਨੇ ਮੁਲਤਾਨ ਦੀ ਯਾਤਰਾ ਨੂੰ ਸਤਿਗੁਰੂ ਮਹਾਰਾਜ ਚੱਲ ਪਏ ਅੱਗੇ। ਪੀਰ ਮੁਲਤਾਨ ਦੇ, ਮੁਲਤਾਨ ਦੇ ਵਿੱਚ ਜਿੰਨੇ ਪੀਰ ਸੀ ਨਾ, ਜਦੋਂ ਦੇਖਿਆ ਬਈ ਕੋਈ ਪੰਜਾਬੋਂ ਪੀਰ ਆ ਰਿਹਾ ਔਰ ਨਾਨਕ ਪੀਰ ਆਉਂਦਾ ਹੈ, ਉਹਨਾਂ ਨੂੰ ਹੱਥਾਂ ਪੈਰਾਂ ਦੀ ਬਣ ਗਈ ਬਈ ਪਤਾ ਨਹੀਂ ਆ ਕੇ ਕੀ ਕਰੇਗਾ, ਕੀ ਦੱਸੇਗਾ। ਅਸੀਂ ਸਾਰੇ ਕਰਮਾਤੀ ਇੱਥੇ ਬੈਠੇ ਹਾਂ, ਲੋਕ ਸਾਡੇ ਨਾਲ ਜੁੜੇ ਨੇ, ਤੇ ਸਾਡੇ ਚੇਲੇ ਬਾਲਿਆਂ ਵਿੱਚੋਂ ਟੁੱਟ ਕੇ ਅੱਧੇ ਉਹਦੇ ਨਾਲ ਜੁੜ ਜਾਣਗੇ। ਘਾਟਾ ਆਖਰ ਸਾਰਿਆਂ ਨੂੰ ਪਏਗਾ ਨਾ, ਇੱਕ ਇੱਕ ਦੋ ਦੋ ਸਾਰਿਆਂ ਦੇ ਚੇਲੇ ਟੁੱਟ ਕੇ ਉਹਦੇ ਵੱਲੇ ਚਲੇ ਗਏ ਤੇ ਸਾਡਾ ਕੀ ਬਣੇਗਾ। ਕਹਿੰਦੇ ਅੱਗੋਂ ਜਿਹੜੇ ਅੱਗੇ ਪੀਰ ਮੁਲਤਾਨ ਦੇ, ਅੱਗੋਂ ਮੁਲਤਾਨ ਦੇ ਪੀਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਮੁਲਤਾਨੇ ਪਹੁੰਚੇ ਨਾ, ਉਹਨਾਂ ਨੇ ਕੀ ਕੀਤਾ, ਦੁੱਧ ਕਟੋਰਾ ਭਰ ਲੈ ਆਏ। ਉਹਨਾਂ ਨੇ ਇੱਕ ਕਟੋਰਾ ਛੰਨਾ ਦੁੱਧ ਦਾ ਜਿਹੜਾ ਸੀ ਭਰਿਆ ਐ ਨਕਾ ਨੱਕ, ਤੇ ਮੁਲਤਾਨ ਤੋਂ ਬਾਹਰ ਵਾਰੀ ਆ ਕੇ ਗੁਰੂ ਨਾਨਕ ਸਾਹਿਬ ਨੂੰ ਮਿਲ ਪਏ ਕੋਝਾਂ ਨੇ, ਔਰ ਕਟੋਰਾ ਦੁੱਧ ਦਾ ਲੈ ਕੇ ਆ ਗਏ। ਤੇ ਸਤਿਗੁਰੂ ਮਹਾਰਾਜ ਜੀ ਨੂੰ ਇਹ ਸੁਨੇਹਾ ਸੀ, ਇੱਕ ਗੁਪਤ ਰੂਪ ਪ੍ਰਸ਼ਨ ਸੀ ਕਿ ਦੇਖੋ ਜਿਵੇਂ ਛੰਨਾ ਦੁੱਧ ਦਾ ਲਬਾ ਲਬ ਭਰਿਆ ਹੈ ਨਾ, ਇਹਦੇ ਵਿੱਚ 4 ਬੂੰਦਾਂ ਦੁੱਧ ਦੀਆਂ ਨਹੀਂ ਪੈ ਸਕਦੀਆਂ। ਇਹ ਮੁਲਤਾਨ ਸ਼ਹਿਰ ਜਿਹੜਾ ਹੈ ਇਹ ਪੀਰਾਂ ਦੇ ਨਾਲ ਐਉਂ ਭਰਿਆ ਹੋਇਆ, ਇਹਦੇ ਵਿੱਚ ਤੁਹਾਡੇ ਲਈ ਜਗ੍ਹਾ ਕੋਨੀ ਜੇ, ਜਿੱਧਰ ਨੂੰ ਮਰਜ਼ੀ ਜਾਓ, ਇੱਥੇ ਤੁਸੀਂ ਪੈਰ ਨਹੀਂ ਰੱਖ ਸਕਦੇ। ਇਹ ਪੀਰਾਂ ਨਾਲ ਭਰਿਆ ਹੋਇਆ ਸ਼ਹਿਰ ਹੈ। ਜਦੋਂ ਛੰਨਾ ਦੁੱਧ ਦਾ ਲੈ ਕੇ ਮਿਲੇ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਪ੍ਰਸ਼ਨ ਸਮਝ ਲਿਆ। ਹੁਣ ਅੰਦਰ ਦੀ ਸੂਝ ਹੋਵੇਗੀ ਤੇ ਇਹੋ ਜਿਹੇ ਪ੍ਰਸ਼ਨਾਂ ਨੂੰ, ਐਸੀ ਭਾਸ਼ਾ ਨੂੰ ਸਮਝੇਗਾ, ਨਹੀਂ ਤੇ ਉਹਨਾਂ ਆਖਣਾ ਵੀ ਉਹੋ ਜਿਹਾ ਮੇਰੇ ਵਰਗਾ ਹੁੰਦਾ ਤੇ ਦਵਾ ਦਵ ਭੱਜ ਕੇ ਦੁੱਧ ਪੀਣ ਨੂੰ ਪੈ ਜਾਂਦਾ, ਪੀ ਲੈਂਦੇ ਆ, ਸ਼ਾਇਦ ਮੇਰੇ ਸਤਿਕਾਰ ਲਈ ਪੀਣ ਵਾਸਤੇ ਲਿਆਏ, ਪੀਣ ਵਾਸਤੇ ਨਹੀਂ ਸੀ ਲਿਆਏ। ਉਹ ਇੱਕ ਸਵਾਲ ਲੈ ਕੇ ਆਏ ਸਨ। ਤੇ ਗੁਰੂ ਨਾਨਕ ਨਿਰੰਕਾਰੀ ਮਹਾਰਾਜ ਨੇ ਕੀ ਕੀਤਾ, ਬਾਬੇ ਕੱਢ ਬਗਲ ਤੇ, ਧੰਨ ਗੁਰੂ ਨਾਨਕ ਨਿਰੰਕਾਰੀ ਮਹਾਰਾਜ ਨੇ ਆਪਣੇ ਕੋਲੋਂ ਬਗਲ ਤੇ ਕਸ਼ ਦੇ ਵਿੱਚੋਂ ਇੱਕ ਚੀਜ਼ ਕੱਢਣਾ ਕੀਤੀ। ਉਹ ਕਿਹੜੀ ਆ, ਕਹਿਣ ਲੱਗੇ ਜਦੋਂ ਕਟੋਰਾ ਦੁੱਧ ਦਾ ਲਿਆਏ ਆ, ਔਰ ਬਾਬੇ ਕੱਢ ਬਗਲ ਤੇ ਚੰਬੇਲੀ ਦੁੱਧ ਵਿੱਚ ਮੁਲਾਈ। ਚਮੇਲੀ ਦਾ ਫੁੱਲ ਸੀ,
ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਔਰ ਸਵਾਲ ਦਾ ਜਵਾਬ ਦਿੰਦੇ ਆ ਉਹ ਛੰਨਾ ਲਬਾ ਲਬ ਭਰਿਆ ਸੀ, ਜਿਹਦਾ ਮਤਲਬ ਸੀ ਇਹਦੇ ਵਿੱਚ ਕੁਝ ਨਹੀਂ ਹੋਰ ਸਮਾ ਸਕਦਾ। ਮੁਲਤਾਨ ਸ਼ਹਿਰ ਪੀਰਾਂ ਨਾਲ ਭਰਿਆ, ਇੱਥੇ ਕੁਝ ਨਹੀਂ ਫਕੀਰ ਰਹਿ ਸਕਦਾ, ਤੁਸੀਂ ਹੁਣ ਜਾਓ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਕੱਢੀ ਚੰਬੇਲੀ ਦਾ ਫੁੱਲ ਤੇ ਛੰਨੇ ਦੇ ਉੱਪਰ ਰੱਖਤਾ। ਨਾ ਉਹ ਚੋਂ ਦੁੱਧ ਬਾਹਰ ਨਿਕਲਿਆ ਤੇ ਨਾ ਹੀ ਉਹ ਚਮੇਲੀ ਨੂੰ ਬਾਹਰ ਨਿਕਲਣਾ ਪਿਆ ਦੁੱਧ ਦੇ ਉੱਪਰ। ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਉੱਤਰ ਦਿੱਤਾ ਕਿ ਪੀਰੋ, ਮੁਲਤਾਨ ਦੇ ਪੀਰੋ, ਅਸੀਂ ਤੁਹਾਨੂੰ ਬਾਹਰ ਕੱਢਣ ਨਹੀਂ ਆਏ ਮੁਲਤਾਨ ਦੇ ਵਿੱਚੋਂ, ਤੇ ਨਾ ਹੀ ਤੁਹਾਨੂੰ ਇੱਥੋਂ ਹਿਲਾਉਣ ਆਏ ਆ। ਅਸੀਂ ਤੁਹਾਡੇ ਤੋਂ ਉੱਪਰ ਰਵਾਂਗੇ। ਔਰ ਜਿਵੇਂ ਚਮੇਲੀ ਦੇ ਫੁੱਲ ਨੇ ਦੁੱਧ ਬਾਹਰ ਨਹੀਂ ਕੱਢਿਆ, ਆਪਣੀ ਜਗ੍ਹਾ ਬਣਾ ਲਈ, ਅਸੀਂ ਜਗ੍ਹਾ ਬਣਾ ਲੈਣੀ, ਐਵੇਂ ਡਰੋ ਨਾ, ਅਸੀਂ ਤੁਹਾਨੂੰ ਮੁਲਤਾਨੋਂ ਕੱਢਣ ਨਹੀਂ ਆਏ। ਕਹਿੰਦੇ ਉਸ ਵੇਲੇ ਮਹਾਰਾਜ ਨੇ ਜਦੋਂ ਔਰ ਚਮੇਲੀ ਵਿੱਚ ਮਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਕਹਿੰਦੇ ਜਿਵੇਂ ਗੰਗਾ ਸਮੁੰਦਰ ਵਿੱਚ ਜਾ ਸਮਾਉਂਦੀ ਹੈ ਨਾ, ਬੰਗਾਲ ਦੇ ਕੋਲੋਂ ਜਾ ਕੇ ਗੰਗਾ ਸਮੁੰਦਰ ਵਿੱਚ ਸਮਾ ਜਾਂਦੀ ਹੈ। ਕਹਿੰਦੇ ਐਉਂ ਔਰ ਜਿਹੜੇ ਚਮੇਲੀ ਦੁੱਧ ਵਿੱਚ ਸਮਾ ਗਈ ਔਰ ਸਤਿਗੁਰੂ ਮਹਾਰਾਜ ਉਸ ਸ਼ਹਿਰ ਵਿੱਚ ਚਲੇ ਗਏ ਤੇ ਸੁਰਤ ਜਿਹੜੀ ਅਕਾਲ ਵਿੱਚ ਜੁੜੀ ਹੋਈ ਏ, ਅਕਾਲ ਦੇ ਵਿੱਚ ਮਿਲੇ ਹੋਏ ਨੇ, ਅਕਾਲ ਨਾਲ ਜੁੜੇ ਹੋਏ ਨੇ। ਅੱਗੋਂ ਫਿਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜਰਤ ਕਰ ਮੁਲਤਾਨ ਦੀ। ਮੁਲਤਾਨ ਦੇ ਪੀਰਾਂ ਨਾਲ ਬੜੇ ਬੜੇ ਸਵਾਲ ਹੋਏ ਤੇ ਬਹੁਤ ਉਹਨਾਂ ਨੂੰ ਫਿਰ ਜਦੋਂ ਸਾਰਿਆਂ ਨੂੰ ਪਤਾ ਲੱਗ ਗਿਆ, ਚਰਨ ਪਕੜੇ ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਔਰ ਉਪਦੇਸ਼ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦ੍ਰਿੜ ਕਰਵਾਇਆ ਉਹਨਾਂ ਨੂੰ। ਜਦੋਂ ਪਰਪੱਕ ਹੋ ਗਏ ਤੇ ਸਾਰੇ ਪੀਰਾਂ ਨੇ ਅਭਿਨੰਦਨ ਕੀਤਾ ਹੈ ਤੇ ਕਹਿੰਦੇ ਜਾਰਤ ਕਰ ਮੁਲਤਾਨ ਦੀ। ਹੁਣ ਯਾਤਰਾ ਮੁਲਤਾਨ ਸ਼ਹਿਰ ਦੀ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਫਿਰ ਕਰਤਾਰਪੁਰੇ ਵਿੱਚ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਮੁੜ ਕੇ ਫਿਰ ਕਰਤਾਰਪੁਰ ਆ ਗਏ। ਸੱਚੀ ਸਰਕਾਰ ਕਰਤਾਰਪੁਰ ਆਏ ਨੇ। ਮਹਾਰਾਜ ਦੀ ਬਾਬਤ ਭਾਈ ਸਾਹਿਬ ਕਹਿੰਦੇ ਚੜੇ ਸਵਾਈ ਦਹਿਦੀ ਕਲ ਜੁਗ ਨਾਨਕ ਨਾਮ ਤੇ ਆਇਆ। ਕਹਿੰਦੇ ਜਿਹੜੀ ਸਤਿਗੁਰੂ ਦੀ ਵਡਿਆਈ ਆ ਨਾ, ਔਰ ਉਹ ਚੜ੍ਹਦੀ ਏ, ਵੱਧਦੀ ਏ, ਦਹਿਦੀ ਔਰ ਦਸੋ ਦਿਸ਼ਾਵਾਂ ਵਿੱਚ ਦਿਨੋਂ ਦਿਨੀ ਅੱਗੇ ਨੂੰ ਵੱਧਦੀ ਜਾਂਦੀ ਏ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਉਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਜਿਹੜੀ ਆ ਨਾ, ਉਹ ਵੱਧਦੀ ਜਾਂਦੀ ਏ, ਘਟਦੀ ਨਹੀਂ। ਔਰ ਕਿਉਂ? ਕਲਯੁਗ ਨਾਨਕ ਨਾਮ ਧਿਆਇਆ। ਕਲਯੁਗ ਦੇ ਅੰਦਰ ਨਾਮ ਨੂੰ ਧਿਆਇਆ ਹੈ, ਨਾਮ ਨੂੰ ਜਨਾਇਆ ਹੈ, ਨਾਮ ਨੂੰ ਜਪਾਇਆ ਹੈ, ਨਾਮ ਨਾਲ ਜੋੜਨਾ ਕੀਤਾ ਹੈ, ਜਿਹਦੇ ਤੋਂ ਅੰਦਰੋਂ ਦੁੱਖ ਦਰਦ ਦੂਰ ਹੋ ਜਾਣੇ ਆ। ਔਰ ਵੇਣ ਨਵੈ ਹੂਰ ਮੰਗਣਾ। ਨਾਮ ਤੋਂ ਬਗੈਰ ਜੇ ਮੰਗਣਾ ਹੈ ਔਰ ਹੋਰ ਕੋਈ ਵਸਤੂ ਮੰਗਣੀ ਹੈ, ਔਰ ਮਹਾਰਾਜ ਸਾਹਿਬ ਕਹਿੰਦੇ ਵੇਨ ਤੁਧ ਹੋਰ ਜੇ ਮੰਗਣਾ। ਔਰ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ। ਮੰਗ ਚੰਗੀ ਮੰਗ ਮੰਗਣਾ ਕਰ। ਕਹਿੰਦੇ ਵਿਨ ਨਾਵੈ ਹੋਰ ਮੰਗਣਾ। ਜੇ ਨਾਮ ਨੂੰ ਛੱਡ ਕੇ, ਪ੍ਰਭੂ ਨੂੰ ਛੱਡ ਕੇ ਕੁਝ ਹੋਰ ਮੰਗਦਾ ਹੈ, ਸਿਰ ਦੁੱਖਾਂ ਦੇ ਦੁੱਖ ਸਬਾਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਦੁੱਖਾਂ ਤੋਂ ਵੱਡੇ ਸਬਾਇਆ ਸਾਰੇ ਬਹੁਤੇ ਦੁੱਖ ਜਿਹੜੇ ਭਾਰੀ ਨੇ ਉਹ ਤੇਰੇ ਕੋਲ ਆ ਜਾਣਗੇ ਜੇ ਤੂੰ ਨਾਮ ਨਹੀਂ ਜਪਦਾ, ਪ੍ਰਭੂ ਨੂੰ ਨਹੀਂ ਆਰਾਧਦਾ, ਨਹੀਂ ਜਪਦਾ। ਫਿਰ ਕੀ ਹੋਇਆ? ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਮਾਰਿਆ ਸਿੱਕਾ ਜਗਤ ਦੇ ਵਿੱਚ, ਔਰ ਸਿੱਕਾ ਮੈਨਾ ਹੁਕਮ, ਹੁਕਮ ਦੇ ਨਾਲ ਹੁਕਮ ਕੀਤਾ ਤੋਰਿਆ। ਔਰ ਜਿਹੜਾ ਪੰਥ ਰਸਤਾ ਉਹ ਮਾਰਗ ਹੁਕਮ ਕਰਕੇ ਤੋਰਿਆ ਤੇ ਹੁਕਮ ਵਿੱਚ ਮਾਰਗ ਚਲਾਇਆ, ਜਿਹਦੇ ਨਾਲ ਜਿਹੜੇ ਮਾਰਗ ਦੇ ਨਾਲ ਨਾ ਔਰ ਪਿਆਰਿਓ ਔਰ ਨਿਰਮਲ
मैल तो रहत होके जिन्हां ने चलना है वो मार्ग अटल हुक्म नूं संसार दे अंदर भूषित कीता। इस मार्ग ते तुरोगे मंजिल ते पहुँच जाओगे, परमात्मा नूं पावोगे और परमात्मा नाल जुड़ जावोगे। थापिया लैना जीव दे गुरियाई सिर छत्र फुराया। कहते गुरु नानक देव महाराज ने फिर करतारपुर दे विच और जीव दे दर ते जिउंदे जी अपने हुंदियां अपनी मौजूदगी विच अपनी हाज़री विच गुरु नानक देव महाराज ने भाई लहणे की सेवा परख करके और उन्होंने अंग ला के अंगों अंगद बनाया और उन्होंने सिर के उपर जिहड़ा सी गुरियाई दा गुरता गद्दी दा छत्र झूलन ला दिता, उन्होंने गुरु स्थापित कर दिता और उन्होंने गुरु रूप बना देना किया। करतारपुरे दे विच गुरु नानक निरंकारी महाराज ने ज्योति जोत मलाइक अपनी जोत उहदे विच टका दिती। गुरु जोत भाई लहने विच टका के मिला के अंदर बिठा के महाराज कहंदे सतगुर नानक रूप वटाया। हुण गुरु नानक महाराज ने रूप बदल लिया, हुण दूजे रूप च गुरु नानक साहब आ गए ने, क्योंकि जोत ओहा जुगत साए सह काया फेर पुलटी है। काया शरीर का ही हेर फेर होया, शरीर का ही चोला बदलिया, महल ही बदलिया। अंदर रहन वाला अंदरों कहन वाला अंदरों जोड़न वाला तो जोत रूप वो एक ही है और महल ही बदलिया, कमरा ही बदलिया, बाहर का शरीर ही बदलिया। कहते वो रूप वटा लिया। गुरु नानक साहब महाराज ने संसार नूं तारन वास्ते नानक नाम वाला महल छड्डता है। हुण गुरु अंगद साहब वाला जेड़े महल का नाम है ना उहदे विच प्रवेश कर गए ने। कहते रूप वटा लिया, लख ना कोई सकाई, कोई जान नहीं सकता बई, कोई ये फर्क नहीं कर सकता बई ये अंगद ने वो गुरु नानक साहब ने बई उन्हां ते दे जिहा फर्क सी, ये नहीं कोई भेद नहीं जान सकता, किसी नूं कोई पता नहीं। आचर्य आचर्य दिखाया, जेड़ा आचर्य स्वरूप अकाल पुरख वैगुरु उन्हों आचर्य विच भाई लहणे नूं मिला के अंगद बखा बनाता ते वो अंगद नूं जेड़ा सी उस निर्गुण दा देता दीदार करा दिता। बई अंतरात्मे जदों जे अंदर सुरत करें तां परमात्मा, बाहर देखें तां परमात्मा, और उन्होंने प्रकाशमय बना दिता। हृदय विच काया पलट स्वरूप बनाया, शरीर नूं पलट के बदल के हुण गुरु अंगद रूप कहाया। गुरु नानक साहब जी ने अंगद रूप दे विच आके संसार नूं तारना कीता है, उपदेश देना कीता आ। जदों गुरु अंगद रूप होए वरते ते भाई गुरदास साहब कहंदे सो टिक्का सो छतर सिर सोई सच्चा तख्त टिकाई। कहंदे सो ओ टिक्का ओ तिलक निशानी और प्रभता जिहड़ी हिरदे दे अंदर वो जोत टका देती, गुरियाई दा शीश दे उपर छतर झुलन लग पिया और महाराज दे सोई सच्चा तख्त टिकाई। वो सच्चा जिहड़ा तख्त सी ना गुरता गद्दी दा उहदे उपर टकाता, बिठा देना कीता। भाई लहणा जी नूं गुरु अंगद साहब जी नूं उहदे उपर जदों बिठा लिया है उहदे उपर टकाया है। गुरु नानक हंदी मोर हथ गुरे अंगद दी दोही फराई। कहंदे गुरु नानक देव महाराज दे हाथ विच जिहड़ी मोर सी ना गुरु रूप, वो हुण बाहरी तौर ते जो अपने जुबाने पाक तो बचन करके संसार दा पार उतारा करदे सन और वो मोर हुण गुरु अंगद साहब दे हाथ विच दे दित्ती आ। ये मोर हुण तुसी वरतो, ये मोर हुण तुसी लावो, अगले दूजियां नूं
ਸਰਟੀਫਿਕੇਟ ਬਣਾ ਦਿਓ ਮੁਕਤੀ ਦੇ, ਬਣਾ ਦਿਓ ਪ੍ਰਭੂ ਦੇ ਵਿੱਚ ਮਿਲਾਪ ਦੇ, ਔਰ ਇਹਨਾਂ ਨੂੰ ਮਿਲਾ ਦਿਓ ਸਾਰਿਆਂ ਨੂੰ। ਉਹ ਜੋਤ ਜਗਾਉਣ ਵਾਲੇ, ਜਗਮਗਾਉਣ ਵਾਲੀ ਮੋਹਰ ਸੀ ਜਿਹੜੀ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹੱਥ ਵਿੱਚ ਫਰਾ ਦਿੱਤੀ ਹੈ, ਤੇ ਦੋਹੀ ਫਿਰਾਈ ਔਰ ਜਿਹੜੀ ਸੀ ਦੁਹਾਈ ਫਿਰ ਗਈ। ਸਾਰੀ ਸੰਗਤ ਨੂੰ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ ਬਈ ਗੁਰੂ ਅੰਗਦ ਸਾਹਿਬ ਸਤਿਗੁਰੂ ਨੇ ਇਹਨਾਂ ਦਾ ਕਹਿਆ ਹੋਇਆ ਸਾਡਾ ਕਹਿਆ ਹੋਇਆ ਹੋਵੇਗਾ, ਅਕਾਲ ਪੁਰਖ ਦਾ ਕਹਿਆ ਹੋਇਆ ਹੋਵੇਗਾ। ਜਿਹੜਾ ਇਹਨਾਂ ਦੇ ਬਚਨਾਂ ਨੂੰ ਕਮਾਲੇਗਾ ਉਹਦਾ ਲੋਕ ਪਰਲੋਕ ਸਬਰ ਜਾਵੇਗਾ। ਦਿੱਤਾ ਛੱਡ ਕਰਤਾਰਪੁਰ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਖਤ ਦੇ ਦਿੱਤਾ, ਨਾਲ ਕਿਹਾ ਸੀ ਪੁਰਖਾ ਇੱਥੇ ਨਹੀਂ, ਹੁਣ ਖਡੂਰ ਚਲਾ ਜਾ। ਤੇ ਉਸ ਵੇਲੇ ਗੁਰੂ ਦਾ ਹੁਕਮ ਮੰਨ ਕੇ, ਭਾਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਨਹੀਂ ਸਨ ਚਾਹੁੰਦੇ ਕਿ ਗੁਰੂ ਨਾਨਕ ਸਾਹਿਬ ਤੋਂ ਦੂਰ ਹੋਈਏ, ਪਰ ਕੁਝ ਪੁੱਤਰਾਂ ਦੀ ਈਰਖਾ ਸੀ, ਪਰਿਵਾਰ ਦੀ ਈਰਖਾ ਸੀ, ਬਾਕੀ ਜਿਹੜਾ ਅਸਥਾਨ ਪ੍ਰਗਟ ਕਰਨੇ ਸੀ, ਬਾਕੀ ਜਿਹੜਾ ਹੈ ਨਵੀਂ ਜਗ੍ਹਾ 'ਤੇ ਜਾ ਕੇ ਨਵੇਂ ਲੋਕਾਂ ਨੂੰ, ਉੱਥੋਂ ਦੀਆਂ ਸੰਗਤਾਂ ਨੂੰ ਉਪਦੇਸ਼ ਦੇਣਾ ਸੀ, ਔਰ ਕਹਿਣ ਲੱਗੇ ਇੱਥੇ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਕਹਿੰਦੇ ਨੇ ਉਸ ਵੇਲੇ ਕਰਤਾਰਪੁਰ ਜਿਹੜਾ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਛੱਡ ਦਿੱਤਾ, ਤੇ ਬੈਠ ਖਡੂਰੇ ਜੋਤ ਜਗਾਈ। ਉਹ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੀ ਹੁਣ ਖਡੂਰ ਸਾਹਿਬ ਦੇ ਵਿੱਚ ਜਗਣ ਲੱਗ ਪਈ। ਅੱਜ ਵੀ ਕਿਤੇ ਖਡੂਰ ਸਾਹਿਬ ਨੂੰ ਜਾਵੋ ਨਾ, ਤੇ ਔਰ ਜਿਹੜੇ ਹੁੰਦੇ ਲੱਗੀਆਂ ਬੁਰਜੀਆਂ ਹੁੰਦੀਆਂ ਨਾ ਸੜਕ 'ਤੇ, ਉੱਤੇ ਲਿਖਿਆ ਹੁੰਦਾ ਗੁਰਸਿੱਖੀ ਦਾ ਚਾਨਣ ਮੁਨਾਰਾ ਖਡੂਰ ਸਾਹਿਬ, ਔਰ ਗੁਰਸਿੱਖੀ ਦਾ ਚਾਨਣ ਮੁਨਾਰਾ। ਉਹ ਇਹ ਸ਼ਬਦ ਉੱਥੋਂ ਹੀ ਪ੍ਰਚਲਿਤ ਹੋਏ ਨੇ, ਕਿਉਂਕਿ ਗੁਰੂ ਜੋਤ ਜਿਹੜੀ ਆ ਔਰ ਉਹ ਹੁਣ ਖਡੂਰ ਸਾਹਿਬ ਦੇ ਵਿੱਚ ਆ ਗਈ ਆ। ਇੱਥੇ ਆ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਦੁਨੀਆ ਨੂੰ ਜਿਹੜਾ ਆ ਦਾਤਾਂ ਬਖਸ਼ਦੇ ਨੇ, ਰਹਿਮਤਾਂ ਕਰਦੇ ਨੇ। ਜੰਮੇ ਪੁਰਬ ਬੀਜਿਆ ਵੇਚਾ ਵਿੱਚ ਹੋਰ ਕੂੜਾ ਚਤਰਾਈ। ਕਹਿੰਦੇ ਜੋ ਪੁਰਬ ਬੀਜਿਆ ਉਹੀ ਉਗਵਣਾ ਹੈ, ਉਹੀ ਜੰਮ ਕੇ ਬਾਹਰ ਆਉਣਾ ਹੈ। ਹੁਣ ਭਾਈ ਲਹਿਣੇ ਨੇ ਆ ਕੇ ਪਹਿਲਾਂ ਸੇਵਾ ਕਮਾਈ ਆ, ਉਹਨੇ ਗੁਰੂ ਕਿਵੇਂ ਦਾਤਾਂ ਬਖਸ਼ਦਾ ਹੈ, ਗੁਰੂ ਕਿਵੇਂ ਰਹਿਮਤ ਕਰਦਾ ਹੈ, ਗੁਰੂ ਕਿਵੇਂ ਸੰਗਤ ਵਿੱਚ ਵਿਚਰਦਾ ਹੈ, ਗੁਰੂ ਦੇ ਹੁਕਮ ਨੂੰ ਕਿਵੇਂ ਮੰਨਣਾ ਹੈ, ਗੁਰੂ ਦੀ ਖੁਸ਼ੀ ਕਿਵੇਂ ਆਉਂਦੀ ਆ, ਉਹ ਸਾਰੀ ਘਾਲਣਾ ਭਾਈ ਲਹਿਣੇ ਨੇ ਘਾਲੀ। ਉਹ ਬੀਜ ਬੋਇਆ, ਨਾਮ ਜਪਿਆ, ਤੇ ਹੁਣ ਉਹ ਜਿਹੜਾ ਬੀਜ ਬੋਇਆ ਨਾ ਉਹ ਹਰਾ ਭਰਾ ਹੋਇਆ, ਉਹ ਫਲੀ ਭੂਤ ਹੋ ਗਿਆ। ਹੁਣ ਬੀਜ ਨਹੀਂ ਰਿਹਾ, ਉਹ ਪੱਕੇ ਫਲ ਦੇਣ ਵਾਲਾ ਬਣ ਗਿਆ। ਉਹ ਅਨੇਕਾਂ ਬੀਜ ਅੱਗੇ ਔਰ ਬੋਣ ਦੀ ਆਗਿਆ ਦੱਸਣ ਲੱਗ ਪਿਆ ਬਈ ਮੇਰਾ ਬੀਜ ਐਉਂ ਹਰਿਆ ਹੋਇਆ, ਤੁਸੀਂ ਐਉਂ ਬੀਜੋ। ਔਰ ਕਹਿੰਦੇ ਉਹ ਜਿਹੜਾ ਪੁਰਬ ਪਹਿਲਾਂ ਦੀ ਕੀਤੀ ਸੇਵਾ, ਪਹਿਲਾਂ ਕੀ ਜਪਿਆ ਹੋਇਆ ਨਾਮ, ਅੱਜ ਉਹ ਨਾਮ ਨੂੰ, ਸੇਵਾ ਨੂੰ, ਸਿਮਰਨ ਨੂੰ ਫਲ ਲੱਗਾ ਹੈ। ਕਹਿੰਦੇ ਭਾਵੇਂ ਕੋਈ ਵਿੱਚ ਆ ਕੇ ਔਰ ਕੋਈ ਹੋਰ ਕੂੜ ਝੂਠੀ ਚਤਰਾਈ ਚਲਾਕੀਆਂ ਕਰੇ, ਉਹਦੇ ਨਾਲੇ ਜੋਤ ਪ੍ਰਾਪਤ ਨਹੀਂ ਹੁੰਦੀ। ਜੋਤ ਪ੍ਰਾਪਤ ਤੇ ਬਖਸ਼ਿਸ਼ ਦਾਤ ਗੁਰੂ ਦੀ, ਜੋਤ ਦਾਤ ਜਿਹੜੀ ਹੈ ਨਾ ਗੁਰੂ ਦੀ, ਉਹ ਗੁਰੂ ਦੀ ਰਹਿਮਤ ਦੇ ਨਾਲ ਹੀ ਹੁੰਦੀ ਆ। ਗੁਰੂ ਪ੍ਰਸੰਨ ਹੋ ਜਾਵੇ ਤੇ ਹੁੰਦੀ ਆ। ਕਹਿੰਦੇ ਫਿਰ ਕੀ ਹੋਇਆ, ਲਹਿਣੇ ਪਾਈ ਨਾਨਕੋ। ਭਾਈ ਲਹਿਣੇ ਨੇ ਵਡਿਆਈ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪ੍ਰਾਪਤ ਕੀਤੀ। ਦੇਣੀ ਅਮਰਦਾਸ ਘਰੇ ਆਈ, ਤੇ ਅੱਗੇ ਇਹਨਾਂ ਨੇ ਜੋਤ ਜਿਹਨੂੰ ਦੇਣੀ ਆ ਨਾ, ਬਖਸ਼ਿਸ਼ ਕਰਨੀ, ਜਿਹੜੇ ਮਹੱਲ ਦੇ ਵਿੱਚ ਜੋਤ ਟਿਕਾਉਣੀ ਆ, ਉਸ ਮਹਿਲ ਦਾ ਨਾਮ ਹੈ, ਉਸ ਮਹੱਲ ਦਾ ਨਾਮ ਹੈ ਔਰ ਗੁਰੂ ਅਮਰਦਾਸ। ਇਹ ਅੱਗੇ ਜੋਤ ਇਹਨਾਂ ਨੇ ਉਹਨਾਂ ਵਿੱਚ ਟਿਕਾਉਣੀ ਆ, ਪੁੱਤਰਾਂ ਨੂੰ ਨਹੀਂ, ਕਿਉਂਕਿ ਧੁਰੋਂ ਮੋਹਰ ਲੱਗੀ ਹੁੰਦੀ ਹੈ ਤਾਂ ਗੁਰੂ ਕੌਤਕ ਕਰਦਾ ਹੈ ਵੀ ਪਰਖ ਕਰਨ ਵਾਲੇ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਹੀਂ ਸੀ ਪਤਾ ਵੀ ਇੱਕ ਲੁਕਾਈ ਦੇ ਸਾਹਮਣੇ ਪਰਖ ਕਰਨੀ ਸੀ। ਮਹਾਰਾਜ ਨੇ ਤਾਂ ਉਦੋਂ ਹੀ ਕਹਿ ਦਿੱਤਾ ਸੀ ਜਦੋਂ ਭਾਈ ਲਹਿਣਾ ਪਹਿਲੀ ਮਿਲਣ ਵਾਸਤੇ ਕਰਤਾਰਪੁਰ ਗਿਆ ਨਾ, ਤੇ ਜਦੋਂ ਆਪ ਘੋੜੀ ਤੇ ਸਾਹਿਬ ਤੁਰ ਕੇ, ਤੇ ਮਹਾਰਾਜ ਕਹਿੰਦੇ ਬਈ ਆਓ ਉੱਥੇ ਬੰਨ੍ਹ ਘੋੜੀ, ਤੇ ਉੱਥੋਂ ਜਲ ਲੈ ਲਾ, ਮੂੰਹ ਹੱਥ ਧੋ ਕੇ, ਤੇ ਜਿਹੜੇ ਗੁਰੂ ਦੇ ਦੀਦਾਰ ਕਰਨ ਆਇਆ ਇੱਧਰ ਆ ਜਾਵੀਂ ਤੇ ਹੋ ਜਾਣਗੇ। ਜਦੋਂ ਸਤਿਗੁਰੂ ਮਹਾਰਾਜ ਵੱਲੇ ਆਇਆ
आके भाई लहना की तकदा है कि तो उही ने जेड़े घोड़ी दी वाग पकड़ के लैके आए सन। बड़ा निमो झूना होया, अंदरों झूरन लगा, महाराज मेरे तो गलती हो गई, चरना ते टै पिया, अंदरों वह तुरया भाई लहना। ते महाराज उठा के गुरु नानक साहब कहंदे भाई पुरखा तेरा नाम की है? कहन लगा महाराज मैं घोड़ी ते तुसी तुर के आए, पुरखा तेरा नाम की है? महाराज मेरा नाम है लैना। महाराज कहंदे फिर तू लैना ते असीं देना। लैने वाले जेड़े घोड़ियां ते ही चढ़ के आया करदे ने, देन वालियां दे कोल तू लैना ते असीं देना। इहदा मतलब महाराज नूं पहलां पता सी। प्रोफैसर साहब सिंह ने एक टूक लिखी, कहंदे गुरु नूं पहला पता हुंदा है ये जोत धुर दरगाह तो कदों किहदे विच विचरनी है, धुर दरगाह तो समा ते और जेड़ा है शरीर मुकर्रर होया हुंदा है। ये नहीं कि फलाने नूं नहीं मिली, वो कहंदे साडी तां संसारी दृष्टि है, इहनूं क्यों नहीं, इहनूं क्यों नहीं, ये तां धुर दरगाही जोत है। गुरु अमरदास महाराज जी नूं पहला पता सी कि गुरु अर्जन देव महाराज नूं तत्तियां तवियां ते बैठना पैना आ। उन्होंने बचपन च और कौतक देख के और अपने महलों नूं ते बीबी भानी नूं दस दिता सी, उन्होंने पहला ही दस दिता सी। और गुरु नूं पता है, गुरु हरगोबिंद पातशाह महाराज नूं पता है जन्म हुंदा है सब तो छोटे बेटे दा। गुरु तेग बहादुर साहब दा गुरु के महलों विच ते जदों पहली वेर गुरु हरगोबिंद पातशाह दर्शन करदे ना जाके अपने पुत्र दा, दरबार साहब चो कीर्तन सुन के जाते ने, नाल भाई विधि चंद जी ने और बाबा बुढ़ा जी भाई गुरदास जी ने जदों जाते हैं ना, और उस वेले जाके अपने पुत्र नूं थोड़ा जिहा सिर झुका देंदे ते भाई विधि चंद जेड़े ने वो देख लैंदे। और उस वेले कहंदे ने चढ़ियो दिवस गुर जी सुनियो जेठे विधिये संग, आए महली तिरिया गावही तार अनंग, तब गुर सिस को बंदना कीनी अत हित लाए, विधिया कह कहो कस बंधन कीनी मोहे कहो सब पाए। महाराज क्यों नमस्कार कीती आ और मैनू सारी गल दसो, तुसीं इहनूं सिर क्यों झुकाया? ते गुरु फिर कहन लगा गुर कहे पांच सुतन मोह यह गुर भये। ये गुरु होवेगा मेरे पंज पुत्रां विचों और अगे गुरु जोत ने इहदे विच विचरना है। गुरु नूं पता है, गुरु भुलदा नहीं। गुरु लोग मर्यादा लई ते लोगां नूं परिवार नूं दिखाउण लई बारी परख करदा सी। गुरु नूं ये सब कुछ जानदा सी। गुरु किहदे विच जोत धरनी आ, किन्ने जोत दा जेड़ा आ छतर किहदे सिर ते झुलना है, गुरु जानदा है, सब कुछ जानदा है। ओ महाराज सच्चे पातशाह कहंदे देनी अमरदास घरे आई, वो जोत जेड़ी है गुरु अमरदेव महाराज नूं अगे देनी आ, जोत ओहदे विच रखनी आ। और कहंदे फिर होया कि गुर बैठा अमर स्वरूप हुए, गुरमुख पाई दात इलाही। कहंदे होना वो जोत गुरु अंगद देव महाराज ने और गुरु अमरदास साहब दे विच धर दिती, उन्हां नूं बख्शिश कर दिती, वो जोत अंदर जुगा दिती। हुण गुरु जिहड़ी है ना, गुरु जोत है, शरीर दा नाम नहीं, इहनूं याद रखना। गुरु जोत दा नाम आ, शरीर दा नाम नहीं। जे शरीर दा नाम हुंदा ना ते बाबा अमरदेव जी जदों पहला यात्री बन के गए है ना, तकरीबन 20 बार यात्रा की उन्हें, ते फिर उन्होंने उदों ही मत्थे टेकदे, उदों ही सतगुरु अमरदास साहब होण लग पैंदे। शरीर दा नाम नहीं, जोत दा नाम है गुरु। जदों गुरु नानक साहब महाराज भाई लहणे विच जोत धर देंदे ने, प्रगट कर देंदे ने, फिर उन्होंने सतगुरु अंगद देव महाराज कहंदे ने। जदों गुरु अंगद देव महाराज सेवा सिमरन भांडा धुपिया होया, श्वश होया जोग जान के उस
ਭਾਂਡੇ ਦੇ ਵਿੱਚ ਜੋਤ ਧਰ ਦਿੰਦੇ, ਉਸ ਮਹੱਲ ਦੇ ਵਿੱਚ ਜੋਤ ਧਰ ਦਿੰਦੇ ਨੇ। ਉਹ ਸੇਵਾ ਕਰਨ ਵਾਲਾ ਜਿਹਨੂੰ ਲੋਕ ਤਾਨੇ ਵੀ ਮਾਰਦੇ ਸਨ, ਕੁੜਮਾਂ ਦੇ ਘਰੇ ਪਾਣੀ ਢਾਉਂਦਾ, ਇਹਨਾਂ ਦੇ ਭਾਂਡੇ ਮਾਂਜਦਾ, ਇਹਨਾਂ ਦੇ ਝਾੜੂ ਲਾਉਂਦਾ ਫਿਰਦਾ ਆ, ਉਹਦੇ ਵਿੱਚ ਜਦੋਂ ਜੋਤ ਧਰੀ ਤੇ ਕੁੱਲ ਜਹਾਨ ਝੁਕਣ ਲੱਗ ਪਿਆ। ਉਹ ਸਤਿਗੁਰੂ ਅਮਰਦਾਸ ਮਹਾਰਾਜ ਬਣ ਗਏ। ਨਾ ਗੁਰੂ ਨਾਮ ਜੋਤ ਦਾ ਹੈ, ਤਾਂ ਹੀ ਮਹਾਰਾਜ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾਹੇ। ਮਹਾਰਾਜ ਕਹਿੰਦੇ ਉਹੀ ਜੋਤ ਗੁਰੂ ਜੋਤ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਹੁਣ ਭਗਤਾਂ ਦਾ ਇੰਨਾ ਸਤਿਕਾਰ, ਸਿੱਖਾਂ ਦਾ ਇੰਨਾ ਸਤਿਕਾਰ ਕਿਉਂ ਹੋਇਆ? ਸਿੱਖ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਬੈਠੇ, ਭੱਟ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਬੈਠੇ, ਔਰ ਭਗਤ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਬੈਠੇ। ਕਿਉਂ ਹੋਇਆ? ਉਹਨਾਂ ਉਹ ਜੋਤ ਪ੍ਰਗਟ ਕਰ ਲਈ। ਉਹ ਜੋਤ ਹੈ, ਉਹਨੂੰ ਅੰਦਰੋਂ ਆਪਣੇ ਨੂੰ ਲੱਭ ਲਿਆ, ਸਵੈ ਪੜਚੋਲ ਕਰਕੇ ਉਹਨੂੰ ਭਾਲ ਕੇ ਸਾਹਮਣੇ ਪ੍ਰਗਟ ਕਰਕੇ ਉਹਦਾ ਚਾਨਣ ਮਨਾਰਾ ਲਿਆ। ਫਿਰ ਉਹ ਰੌਸ਼ਨੀ ਨੇ ਜਿਹੜਾ ਚਾਨਣ ਦਿੱਤਾ ਪਹਿਲਾਂ ਅੰਦਰ ਫਿਰ ਸੰਸਾਰ ਨੂੰ, ਉਹ ਸਾਰੀ ਰੌਸ਼ਨੀ ਰੌਸ਼ਨ ਹਿਰਦਿਆਂ ਦੇ ਵਿੱਚੋਂ, ਔਰ ਉਹਨਾਂ ਦੀ ਰੌਸ਼ਨੀ ਰੂਪ ਬਚਨ ਲੈ ਕੇ ਔਰ ਗੁਰੂ ਅਰਜਨ ਦੇਵ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਇਕੱਤਰਿਤ ਕਰਤੇ। ਜਿਹੜਾ ਪੜ੍ਹੇਗਾ ਸੁਣੇਗਾ ਹਿਰਦਾ ਰੌਸ਼ਨ ਹੋ ਜਾਵੇਗਾ, ਅਗਿਆਨ ਚਲਾ ਜਾਏਗਾ। ਮਹਾਰਾਜ ਮਿਹਰ ਕਰਦੇ ਨੇ। ਹੁਣ ਉਹ ਸਰੂਪ ਗੁਰੂ ਅਮਰਦਾਸ ਰੂਪ ਹੋ ਕੇ ਬੈਠ ਗਏ। ਗੁਰਮੁਖ ਪਾਈ ਦਾਤ ਇਲਾਹੀ, ਗੁਰਮੁਖ ਗੁਰੂ ਅਮਰਦਾਸ ਸਾਹਿਬ ਜੀ ਨੇ ਕਮਾਈ ਕਰਕੇ ਆਪਣਾ ਮੁਖੀ ਗੁਰੂ ਅੰਗਦ ਸਾਹਿਬ ਨੂੰ ਬਣਾਇਆ। ਇਹ ਨਹੀਂ ਸੁਣਿਆ ਲੋਕ ਕੀ ਕਹਿੰਦੇ ਨੇ, ਘਰ ਵਾਲੇ ਕੀ ਕਹਿੰਦੇ ਨੇ, ਦੁਨੀਆਦਾਰ ਕੀ ਕਹਿੰਦੇ ਨੇ, ਇਹ ਨਹੀਂ ਸੁਣਿਆ। ਇਹ ਸੁਣਿਆ ਮੇਰਾ ਗੁਰੂ ਕੀ ਕਹਿੰਦਾ ਹੈ। ਗੁਰੂ ਦੇ ਮੁਖ ਤੋਂ ਬਚਨ ਨਿਕਲਿਆ, ਸਿਰ ਝੁਕਾਤਾ, ਜੀਵਨ ਉਧਰ ਲਾਤਾ ਹੈ। ਔਰ ਅਲਾਹੀ ਦਾਤ ਜਿਹੜੀ ਆ ਨਾ, ਔਰ ਦਾਤ ਜੋਤ ਖਸਮੇ ਵਡਿਆਈ, ਉਹ ਖਸਮ ਤੋਂ ਪਾ ਲਈ, ਮਾਲਕ ਤੋਂ ਪਾ ਲਈਏ। ਫੇਰ ਵਸਾਇਆ ਗੋਇੰਦਵਾਲ। ਫਿਰ ਗੋਇੰਦਵਾਲ ਜਿਹੜਾ ਹੈ ਨਾ, ਉਹ ਜੋਤ ਪਾ ਕੇ ਉਹਨੂੰ ਵਸਾਇਆ, ਭੂਖਸ਼ਿਤ ਕੀਤਾ, ਜਗਮਗਾਇਆ। ਉਹ ਜੋਤ ਹੁਣ ਸਿੱਖੀ ਦਾ ਚਾਨਣ ਮਨਾਰਾ ਹੁਣ ਗੋਇੰਦਵਾਲ ਬਣ ਗਿਆ। ਜੋਤ ਉੱਥੇ ਆ ਗਈ ਏ, ਉੱਥੇ ਸਾਰਿਆਂ ਨੂੰ ਦੇਦਾਰ ਹੁੰਦਾ ਹੈ। ਅਚਰਜ ਖੇਲ ਨਾ ਲਖਿਆ ਜਾਈ, ਹੈਰਾਨੀ ਵਾਲਾ ਖੇਲ ਜਿਹੜਾ ਹੈ ਨਾ, ਹੈਰਾਨ ਕਰਨ ਵਾਲਾ ਦੁਨੀਆ ਨੂੰ, ਉਹ ਜਾਣਿਆ ਨਹੀਂ ਜਾਂਦਾ। ਕਿਉਂ ਨਹੀਂ ਬਈ ਜਾਣਿਆ ਜਾਂਦਾ? ਕਹਿਣ ਲੱਗੇ ਦੇਖੋ ਜਿੰਨੀ ਦੁਨੀਆ, ਜਿਵੇਂ ਔਰ ਇੱਕ ਕਹਾਵਤ ਹੈ, ਅੰਨਾ ਮੰਡੇ ਰੇਵੜੀਆਂ ਦੇ ਮੁੜ ਮੁੜ ਘਰਦਿਆਂ ਨੂੰ, ਔਰ ਉਹ ਉੱਥੇ ਕੀ ਘੁੰਮੀ ਜਾਂਦਾ ਹੈ। ਤੇ ਉਹ ਕਿਸੇ ਅੰਨੇ ਦੀ ਗੱਲ ਨਹੀਂ ਕੀਤੀ, ਸਾਡੀ ਸੰਸਾਰੀਆਂ ਦੀ ਗੱਲ ਕੀਤੀ ਹੈ। ਅਸੀਂ ਲੈ ਦੇ ਕੇ ਜੇ ਦੂਰ ਵੀ ਜਾਈਏ ਨਾ, ਕੋਈ ਜ਼ਿਆਦਾ ਵੱਡਾ ਦਾਨ ਸ਼ਾਨ ਦੇਣਾ ਹੋਵੇ ਜਾਂ ਕਿਸੇ ਨੂੰ ਕੋਈ ਦੇਣਾ ਹੋਵੇ, ਫਿਰ ਰਿਸ਼ਤੇਦਾਰੀ ਵੱਲੇ ਵੇਖਦੇ ਆ, ਬਈ ਰਿਸ਼ਤੇਦਾਰ ਨੂੰ ਦੇ ਦਈਏ, ਕਮ ਸੇ ਕਮ ਸਾਡੇ ਆਪਣਿਆਂ ਵਿੱਚ ਤਾਂ ਜਾਊ ਨਾ, ਔਰ ਆਪਣਿਆਂ ਨੂੰ ਹੀ ਵੰਡਦੇ ਆ, ਕੋਈ ਕਿਸੇ ਦੂਜੇ ਨੂੰ ਨਹੀਂ। ਕਹਿੰਦੇ ਗੁਰੂ ਦਾ ਕੰਮ ਨਹੀਂ ਹੈ। ਗੁਰੂ ਅਲਾਹੀ ਜੋਤ ਹੈ, ਜਿਹੜੀ ਦੁਨੀਆ ਵਿੱਚ ਖਰੀਦੀ ਨਹੀਂ ਜਾ ਸਕਦੀ, ਔਰ ਕਿਸੇ ਹੱਟ ਤੋਂ ਨਹੀਂ ਮਿਲਦੀ, ਕਿਸੇ ਡੇਰੇ ਚੋਂ ਨਹੀਂ ਮਿਲਦੀ, ਇਹ ਦਾਤੇ ਤੋਂ ਮਿਲਦੀ ਆ। ਅਮੋਲਕ ਦਾਤ ਜਿਹੜੀ ਆ, ਗੁਰੂ ਜਿਹੜਾ ਹੈ ਪਰਿਵਾਰ ਤੋਂ ਉੱਚਾ ਉੱਠ ਕੇ, ਸੰਸਾਰ ਤੋਂ ਉੱਚਾ ਉੱਠ ਕੇ ਇਹ ਨਹੀਂ ਤੱਕਦਾ ਹੈ ਮੇਰਾ ਪੁੱਤਰ ਹੈ, ਮੇਰਾ ਪਰਿਵਾਰ ਹੈ, ਉਹ ਤੱਕਦਾ ਭਾਂਡਾ ਕਿਹੜਾ ਸਵਾਸੇ, ਹਿਰਦਾ ਕਿਹੜਾ ਪਾਵਨ ਹੈ। ਗੁਰੂ ਨੇ ਇਹ ਜਿਹੜੀ ਜੋਤ ਉਹਦੇ ਵਿੱਚ ਟਿਕਾ ਦਿੱਤੀ। ਇਹ ਖੇਡ ਜਿਹੜਾ ਕੌਤਕ ਹੈ, ਗੁਰੂ ਦਾ ਜਾਣਿਆ ਨਹੀਂ ਜਾਂਦਾ, ਸਮਝਿਆ ਨਹੀਂ ਜਾਂਦਾ। ਦਾਤ ਜੋਤ ਖਸਮੈ ਵਡਿਆਈ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੀ ਦਾਤ ਔਰ ਦਾਤਾ ਤੇ ਜੋਤ ਅਕਾਲ ਦੀ ਜਿਹੜੀ ਅੰਦਰ ਗੁਰੂ ਰੂਪ ਸੰਸਾਰ ਵਿੱਚ ਹੋ ਕੇ ਆਈ, ਤੇ ਜਿੱਥੇ ਟਿਕਦੀ ਆ ਉਹਨੂੰ ਗੁਰੂ ਕਹਾਈ, ਉਹਨੂੰ ਗੁਰੂ ਬਣਾ ਦਿੰਦੀ, ਗੁਰੂ ਪ੍ਰਗਟ ਕਰ ਦਿੰਦੀ। ਗੁਰੂ ਅੰਦਰ ਜੋਤ ਧਰੀ ਗਈ ਜਦੋਂ, ਕਹਿਣ ਲੱਗੇ ਫਿਰ ਗੁਰੂ ਉਹ ਜੋਤ ਟਿਕ ਕੇ ਅੰਦਰ, ਫਿਰ ਉਹ ਸੰਸਾਰ ਨੂੰ ਦਾਤਾਂ ਦਿੰਦਾ ਹੈ, ਮਾਲਕ ਬਣ ਕੇ ਦਾਤਾਂ ਬਖਸ਼ਦਾ ਹੈ, ਉਹ ਵਡਿਆਈਆਂ ਬਖਸ਼ਦਾ ਹੈ।
ਵਡਿਆਈਆਂ ਉਹਦੇ ਹੱਥ ਵਿੱਚ ਏ। ਵੱਡੇ ਦੀ ਜੋਤ ਤੇ ਵੱਡੇ ਦੀਆਂ ਹੀ ਵਡਿਆਈਆਂ ਨੇ। ਇਹ ਜਿਹੜੀ ਹੈ ਸਾਨੂੰ ਮੱਤ ਸਮੱਤ ਬਖਸ਼ੀ ਸਾਹਿਬ ਭਾਈ ਗੁਰਦਾਸ ਨੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੱਕ ਔਰ ਸਾਡੇ ਤੇ ਕਿਰਪਾ ਕੀਤੀ ਹੈ। ਜਿਵੇਂ ਅੱਗੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀ ਗੱਲ ਕਰਦੇ ਨੇ, ਉਹ ਆਪਾਂ ਅਗਲੇ ਸਮੇਂ ਵਿੱਚ ਪੜ੍ਹਨ ਸੁਣਨ ਦਾ ਯਤਨ ਕਰਾਂਗੇ। ਸਤਿਗੁਰੂ ਕਿਰਪਾਲਤਾ ਕਰਨ, ਸਾਨੂੰ ਇਹ ਗੱਲ ਸਮਝ ਆ ਜਾਵੇ ਉਹ ਜੋਤ ਸਾਡੇ ਹਿਰਦਿਆਂ ਵਿੱਚ ਵੀ ਆ, ਅਸੀਂ ਉਹਨੂੰ ਪ੍ਰਗਟ ਕਰਨ ਦਾ ਯਤਨ ਕਰੀਏ। ਹੁਣ ਭਾਈ ਲਹਿਣੇ ਦੇ ਵਿੱਚ ਜੋਤ ਸੀ, ਜਦੋਂ ਗੁਰੂ ਸ਼ਰਨ ਵਿੱਚ ਆ ਗਿਆ ਨਾ, ਉਹਨੇ ਰੱਜ ਕੇ ਸੇਵਾ ਕਮਾਈ, ਸਿਮਰਨ ਕੀਤਾ ਤੇ ਗੁਰੂ ਦੇ ਹੁਕਮ ਦੀ ਪਾਲਣਾ ਕੀਤੀ, ਉਹ ਪ੍ਰਗਟ ਹੋ ਗਈ। ਹੁਣ ਜੋਤ ਪਹਿਲਾਂ ਬਾਬਾ ਅਮਰਦਾਸ ਦੇ ਵਿੱਚ ਵੀ ਸੀ, ਪਰ ਉਹਨੂੰ ਜਗਾਉਣ ਵਾਸਤੇ ਚਿੰਤਾ ਤੁਰਤਾ ਸੀ, ਪਰ ਪਤਾ ਨਹੀਂ ਸੀ ਲੱਗਿਆ। ਜਦੋਂ ਪਤਾ ਲੱਗ ਗਿਆ ਟਿਕਾਣੇ ਤੇ ਆ ਗਿਆ, ਭਾਵੇਂ ਵਡੇਰੀ ਉਮਰ ਹੋ ਗਈ ਸੀ, ਉਹ ਜੋਤ ਜਗਮਗਾਈ ਤੇ ਦੁਨੀਆ ਦਾ ਪੂਜਯ ਯੋਗ ਗੁਰੂ ਬਣ ਗਿਆ। ਇਹੋ ਜੋਤ ਨੂੰ ਪ੍ਰਗਟ ਕਰੀਏ। ਨਮਸਕਾਰ ਜੋਤ ਨੂੰ ਆ, ਜਿੱਥੇ ਜੋਤ ਸਰੀਰਾਂ ਵਿੱਚ ਗੁਰੂ ਦੀ ਲੋਹ ਪੈ ਜਾਵੇ, ਪ੍ਰਗਟ ਹੋ ਜਾਵੇ, ਉੱਥੇ ਨਮਸਕਾਰਾਂ ਹੋਣ ਲੱਗ ਜਾਂਦੀਆਂ, ਉਹਦਾ ਜਾਂਦਾ ਹੈ। ਤੇ ਜਿੱਥੇ ਜੋਤ ਨਾ ਜਗੇ, ਪਖੰਡ ਹੋਵੇ, ਕੁਕਰਮ ਆ ਜਾਵੇ, ਉਹਦਾ ਤਿਰਸਕਾਰ ਹੋਣ ਲੱਗ ਜਾਂਦਾ ਹੈ, ਉਹਦਾ ਨਰਾਦਰ ਹੋਣ ਲੱਗ ਜਾਂਦਾ ਆ। ਗੁਰੂ ਕਿਰਪਾ ਕਰੇ ਸਾਨੂੰ ਇਹ ਸਮਝ ਆਵੇ, ਜੇ ਅਸੀਂ ਆਪਣਾ ਆਦਰ ਸਤਿਕਾਰ ਕਰਾਉਣਾ ਹੈ, ਗੁਰੂ ਦਾ ਕਰਨ ਲੱਗ ਜਾਈਏ। ਜੇ ਅਸੀਂ ਚਾਹੁੰਦੇ ਚਾਰ ਬੰਦੇ ਮੇਰੀ ਗੱਲ ਕਰਨ, ਅਸੀਂ ਗੁਰੂ ਦੀ ਗੱਲ ਕਰਨ ਲੱਗ ਜਾਈਏ। ਜਿਹੜਾ ਗੁਰੂ ਦੀ ਗੱਲ ਕਰਨ ਲੱਗ ਜਾਂਦਾ ਹੈ ਔਰ ਲਕਾਈ ਉਹਦੀ ਗੱਲ ਕਰਨ ਲੱਗ ਜਾਂਦੀ ਹੈ। ਜਿਹੜਾ ਗੁਰੂ ਦੀ ਵਡਿਆਈ ਕਰਦਾ ਹੈ, ਉਹਦੀ ਵਡਿਆਈ ਲੁਕਾਈ ਕਰਨ ਲੱਗ ਜਾਂਦੀ ਹੈ। ਮਹਾਰਾਜ ਕਹਿੰਦੇ ਆ, ਜੇ ਤੂੰ ਮੇਰਾ ਹੋ ਜਾਵੇਂ, ਸੰਸਾਰ ਤੇਰਾ ਹੋ ਜਾਵੇਗਾ। ਤੂੰ ਮੇਰੇ ਮਗਰ ਮਗਰ ਚੱਲ, ਲੁਕਾਈ ਤੇਰੇ ਮਗਰ ਮਗਰ ਆਵੇਗੀ। ਕਹਿਣ ਦੀ ਲੋੜ ਨਹੀਂ ਫਰੀਦਾ, ਜੇ ਤੂੰ ਮੇਰਾ ਹੋਈ ਰਹੇ, ਸਭ ਜਗ ਤੇਰਾ ਹੋਏ, ਸਾਰਾ ਸੰਸਾਰ ਤੇਰਾ ਹੋ ਜਾਵੇਗਾ। ਗੁਰੂ ਕਿਰਪਾ ਕਰੇ ਸਾਨੂੰ ਇਹ ਸੂਝ ਬੂਝ ਆ ਜਾਵੇ, ਅਸੀਂ ਗੁਰੂ ਕੇ ਹੋ ਜਾਈਏ, ਗੁਰੂ ਦੇ ਮਨ ਬਾਣੀ ਸਰੀਰ ਕਰਕੇ ਹੋ ਜਾਈਏ। ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ, ਸਾਹਿਬ ਦੇ ਦਾਤੇ ਦੇ ਬਚਨ ਜਾਣ ਕੇ ਸਮੂਹ ਗੁਰੂ ਕੀ ਸੰਗਤ ਨੇ ਹਿਰਦਿਆਂ ਅੰਦਰ ਵਸਾਉਣੇ, ਗੁਰਮਤਿ ਨੂੰ ਹਿਰਦਿਆਂ 'ਚ ਵਸਾਉਣਾ ਸਾਡਾ ਆਇਆ ਸਫਲਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਜਿਉ ਪਿੰਡ ਸਭ, ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ। ਸਗਲ ਸਮਗਰੀ ਉਮਰੈ ਸੂਤਰ, ਤੁਮਰੀ ਗਾਤੂ ਮੇਤ, ਤੁਦੇ ਆਗੇ ਅਰਦਾਸ। ਕਹੁ ਨਾਨਕ ਸਭ ਤੇਰੀ, ਵਾਹਿਗੁਰੂ ਵਾਹਿਗੁਰੂ। ਅਰਦਾਸ ਏਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਦੀ ਅਮਰਦਾਸ ਰਾਮਦਾਸ ਸਿੰਘ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜੇ ਸਾ ਡਿਠੇ ਸਭ ਦੁਖ ਜਾਇ। ਤੀਗ ਬਹਾਦਰ ਸਿਮਰਿਐ ਕਰਨੋ ਨਿਧ ਆਵੈ ਧਾਈ। ਸਭ ਥਾਈ ਹੋਏ ਸਹਾਇ। 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ। ਦਸਾਹੀ ਪਾਤਸ਼ਾਹੀਆਂ ਦੀ ਜੋਤ ਗੱਦੀ ਤੇ ਬਿਰਾਜਮਾਨ ਚਬਰ ਛਤਰ ਤਖਤ ਦੇ ਮਾਲਕ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਧਰ ਕੇ ਭਲਾ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੀ ਛਕਿਆ। ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡੈਠ ਕੀਤਾ, ਤਨਾਂ ਪਿਆਰਿਆਂ ਸਚਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਭਲਾ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀ ਦਿੱਤੀ, ਬੰਦ ਬੰਦ ਕਟਵਾਏ, ਖੂਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੀ ਤਨਾਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੀ ਸਵਾਸਾਂ ਸੰਗ ਨਿਭਾਈ। ਤੇ ਨਾ ਸਮਊ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਭਲਾ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਭਲਾ। ਪ੍ਰੇਤ में ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚੇਤ ਆਵੇ। ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਜੀ ਖਾਲਸਾ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਜ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ। ਖਾਲਸਾ ਸਾਹਿਬ ਜੀ ਕੀ ਬੋਲ ਬਾਲੇ ਬਾਲਾ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੀਕ ਦਾਨ, ਸਾਹ ਦਾਨ, ਭਰੋਸਾ ਦਾਨ, दाना सिरदान नामदान। श्री अमृतसर साहिब जी की दर्शन इशनान, चौंकियाँ झंडे बुंगे जुगा जुगा टालू, धर्म का जयकार हुए भला। सिखां दा मान नीवां मत उच्ची मत, पद दा राखा वाहिगुरू ही अकाल पुरख अपने पंदे सदा सहाय दा तार जीओ। श्री ननकाना साहिबा दे होर गुरुद्वारियां गुरधामां दे जिन्हां तों पंथ नूं विछोड़िया गया है, खुले दर्शन दे दार ਅਤੇ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਹੀ ਨੇ ਮਾਣਿਆਂ ਦੀ ਮਾਨ, ਗੁਰੂ ਨੇ ਤਾਨਿਆਂ ਦੇ ਤਾਨ, ਗੁਰੂ ਨੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਛਤਰ ਛਾਇਆ ਅਠ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਅਲਾਹੀ ਬਾਣੀ ਦੇ ਨਿਤਨੇਮ ਹੋਏ, ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ, ਲੜੀ ਵਾਰ ਕਥਾ ਵਿਚਾਰ ਹੋਈ। कथा विचार करदे कीर्तन करदे नितनेम करदे सेवादारां तो सेवा करदे संगत तो आप जी दरबार की हाज़री भरदे बेअंत प्रकार दी भुलां चुकां हो जांदियां, अनजान बच्चे समझ के मुआफ़ करना। आगे तो श्रेष्ठ मत बुद्धि बख्श करनी, मेरा भरिया सिर ते हथ रखना। पढ़ी सुनी बाणी कथा कीर्तन का भाव संगतां दी हिरदियां ते वसावना। आपदे दरो करो गुरसिੱਖੀ दान, भरोसे दान, नाम दान, अमृत दीआं दातां, चढ़दियां कला वाला जीवन बख्शना। सतगुरु गरीब नवाज अमृत वेले दीवानां नूं मुख रखदे आप जी दे दर घर दी प्रीतवान भाई सुरजीत सिंह जी और समूह परिवार ने मेल जुल के सनफ सरदार छोटा सिंह जी सतगुरु गरीब नवाज देगां करवाइयां ने, जिहड़ियां भावनां नूं लैके देगां करवाइयां ने। पुत्र दी दात वास्ते आपने कृपा करनी, भुचंगी दी दात बख्श के नवाजनी, चढ़दियां कला वाला जीवन बख्शना, अंग संग सहाई होकर सहायता करनी, दर आयां दी लाज रखनी। परिवार वालों सतगुरु आप जी के चरणा कमलों का ओट आसरा लिया गया है। सतगुरु अमृत वेले दीवाना नूं मुख रखदे आप जी के बख्शे भंडारियां विचों धिया वाला कड़ा प्रसादियां देगां सदके हाजिर होईयां। आप जी को प्रवान होया प्रसाद, साध संगत की रसनी लैक होए, जो जी छके सो सतनाम वाहिगुरू वाहिगुरू जपे। ਜਿਹੜੀਆਂ ਭਾਵਨਾ ਨੂੰ ਲੈ ਕੇ सतगुरु सच्चे पातशाह परिवारां ने आप जी के चरणा कमलों का ओट आसरा लिया है। आपने मेरा भरिया सिर ते हथ रखना, अंग संग सहाई होकर सहायता करनी। भाई गुरजीत सिंह जी के समूह परिवार ते चढ़दियां कला बख्श करनियां, मनो भावनावां नूं भाग लाउने, अंग संग सहाई होकर सहायता करनी। दाराई संगत नूं परिवार नूं पावन पवित्र हुक्मनामे बख्श के करतार्थ करो। हुक्मनामिਆਂ ते ਚੱਲਣ ਦੀ ਸਮਰੱਥਾ बख्श करो। अखर वादा घाटा भुल चुक मुआफ करनी, सरबादे कर दराज करने। सही प्यारिਆਂ ਦਾ ਮੇਲ ਬਖਸ਼ਣਾ, ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਪਾਵਨ ਨਾਮ ਚਿੱਤੇ ਆਵੇ। ਨਾਨਕ ਨਾਮ वाहिगुरु जी का खालसा वाहिगुरु जी के फतेह। दोहरा गया भई अकाल के तब, सब सिखण को हुक्म है गुरु मान्यो। गुरु ग्रंथ जी मान्यो प्रगट गुराख, जो प्रभ को मिल वो चाहे पूज। राज करेगा खालसा, खुआर हुए सब मिलेंगे भजे शरण दो। खुआर हुए सब मिलेंगे भजे शरण दो। बोले सो निहाल सत वाहिगुरू जी का खालसा वाहिगुरू जी की फतेह।
प्रिया सब तुम कद का सेवक कै भरपूर जुग जुग वागुरु तेरा सब सत्कार सज्जन सच्चा पातशाह सिर शाह जिस पास बैठिया सोई है सबना भावे जिस पास बैठिया सोई है सबना भावे सतनाम वाहिगुरु साहिब जीओ सोरठ महला पंजवा हमरी गणत न गणिया काई अपना बिरद पुछाना हाथ दे राखी कर अपने सदा सदा रंगमान हमरी गत न गणिया पाई अपना बिरद पछान आँख दे राखी कर अपने सदा सदा रंगमाना साचा साहिब सद मेहरबान बंद पाया मेरे सतगुर पूरै हुई सर्व कल्याण रहाओ जियो पाए पिंड जिन साजिया दिता पैनन खान अपने दास की आप पैज राखी नानक सतपुर भान जियो पाए पिंड जिन साजिया दिता पैनन खान अपने दास की आप पैज राखी नानक सतपुर भान वाहिगुरु जी का खालसा वाहिगुरु जी की फतेह वाहिगुरु धन वाहिगुरु वाहिगुरु
ਪਾਲਨ ਦਰਬਾਰ ਵੱਲੋਂ ਜੀ ਆਇਆਂ ਨੂੰ ਧੰਨਵਾਦ। ਇਸੇ ਤਰ੍ਹਾਂ ਵੱਧ ਕੇ ਹਾਜ਼ਰੀਆਂ ਭਰਿਆ ਗੁਰੂ ਭਾਈ, ਗੁਰੂ ਕੀ ਪਾਵਨ ਬਾਣੀ ਦੇ ਨਾਲ ਜੁੜਨਾ ਕਰਿਆ ਕਰੋ। ਬੁਲਾਓ ਫਤਿਹ, ਵਜਾਓ ਫਤਿਹ। ਵਾਹਿਗੁਰੂ